ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਸੂਬਿਆਂ ਨੇ ਕੱਢੇ ਪੀਐਨਪੀ ਡਰਾਅ, ਕਈਆਂ ਨੂੰ ਮਿਲੇ ਸੱਦੇ। ਕੈਨੇਡਾ ਵਿੱਚ ਹੋਰ ਵਧੇਗੀ ਮਹਿੰਗਾਈ, ਬੈਂਕ ਨੇ ਦਿੱਤੀ ਜਾਣਕਾਰੀ। ਲਿਟਨ ਵਿੱਚ ਫੈਲੀ ਜੰਗਲ ਦੀ ਅੱਗ, ਕਈ ਘਰਾਂ ਨੂੰ ਪਹੁੰਚਾ ਨੁਕਸਾਨ। ਘਰ ਬਦਲ ਰਹੇ ਨੇ ਡਗਫੋਰਡ, ਪੁਰਾਣੇ ਘਰ ਦੀ ਕੀਮਤ $3.2 ਮਿਲੀਅਨ। ਕੈਨੇਡਾ ਦੇ ਵੱਖ-ਵੱਖ ਸੂਬਿਆਂ ਵੱਲੋਂ ਪੀਐਨਪੀ ਡਰਾਅ ਦਾ ਐਲਾਨ ਕੀਤਾ ਗਿਆ, ਜਿਸ ਵਿੱਚ ਕਈ ਉਮੀਦਵਾਰਾਂ ਦੀ ਕਿਸਮਤ ਜਾਗੀ ਹੈ। 2 ਸੂਬਿਆਂ ਵੱਲੋਂ ਜੋ ਡਰਾਅ ਕੱਢੇ ਗਏ ਉਸ ਦੀ ਡੀਟੇਲ IRCC ਵੱਲੋਂ ਸਾਂਝੀ ਕੀਤੀ ਗਈ। ਕੈਨੇਡਾ ਦੇ ਕਈ ਸੂਬਿਆਂ ਵੱਲੋਂ ਪੀਐਨਪੀ ਡਰਾਅ ਕੱਢੇ ਜਾ ਰਹੇ ਨੇ, ਜਿਸ ਵਿੱਚ ਉਮੀਦਵਾਰਾਂ ਨੂੰ ਇਨਵੀਟੇਸ਼ਨ ਜਾਰੀ ਕੀਤੇ ਜਾਂਦੇ ਹਨ। ਤਾਜ਼ਾ ਜਾਣਕਾਰੀ 2 ਸੂਬਿਆਂ ਤੋਂ ਸਾਹਮਣੇ ਆਈ। ਓਨਟਾਰੀਓ ਤੇ ਬ੍ਰਿਟਿਸ਼ ਕੋਲੰਬੀਆ ਵੱਲੋਂ ਨਵੇਂ ਪੀਐਨਪੀ ਡਰਾਅ ਕੱਢੇ ਗਏ, ਜਿਸ ਵਿੱਚ ਕਈ ਉਮੀਦਵਾਰਾਂ ਦੀ ਕਿਸਮਤ ਜਾਗੀ ਹੈ। ਹੁਣ IRCC ਵੱਲੋਂ ਇਸ ਦੀ ਡਿਟੇਲ ਜਾਰੀ ਕੀਤੀ ਗਈ, ਜਿੱਥੇ ਦੱਸਿਆ ਗਿਆ ਕਿ ਇਹਨਾਂ ਡਰਾਅਸ ਤਹਿਤ ਕਿੰਨੇ ਉਮੀਦਵਾਰਾਂ ਨੂੰ ਸੱਦੇ ਹਾਸਿਲ ਹੋਏ ਨੇ। ਬ੍ਰਿਟਿਸ਼ ਕੋਲੰਬੀਆ ਸੂਬੇ ਵੱਲੋਂ ਹਫ਼ਤਾਵਾਰੀ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਪ੍ਰੋਗਰਾਮ ਦਾ ਐਲਾਨ ਕੀਤਾ ਜਾਂਦਾ ਹੈ। ਉਹਨਾਂ ਵੱਲੋਂ 12 ਜੁਲਾਈ ਨੂੰ ਇੱਕ ਰਾਉਂਡ ਇਨਵੀਟੇਸ਼ਨ ਕੱਢਿਆ ਗਿਆ, ਜਿੱਥੇ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਪ੍ਰੋਗਰਾਮ ਜ਼ਰੀਏ 100 ਤੋਂ ਵੱਧ ਉਮੀਦਵਾਰਾਂ ਨੂੰ ਇਨਵੀਟੇਸ਼ਨ ਦਿੱਤੇ ਗਏ। ਇਸ ਡਰਾਅ ਵਿੱਚ 164 ਉਮੀਦਵਾਰਾਂ ਨੂੰ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਵਾਸਤੇ ਅਪਲਾਈ ਕਰਨ ਦਾ ਮੌਕਾ ਦਿੱਤਾ ਗਿਆ। ਇਸ ਤੋਂ ਬਾਅਦ ਸੂਬੇ ਨੇ ਜਿਹੜਾ ਜਨਰਲ ਡਰਾਅ ਕੱਢਿਆ, ਇਸ ਵਿੱਚ 132 ਨੂੰ ਇਨਵੀਟੇਸ਼ਨ ਦਿੱਤੇ ਗਏ। ਇਹ ਉਹ ਉਮੀਦਵਾਰ ਸਨ ਜਿਨ੍ਹਾਂ ਵਾਸਤੇ ਬ੍ਰਿਟਿਸ਼ ਕੋਲੰਬੀਆ ਦੇ ਐਕਸਪ੍ਰੈਸ ਐਂਟਰੀ ਅਤੇ ਸਕਿੱਲਸ ਇਮੀਗ੍ਰੇਸ਼ਨ ਕੈਟਾਗਰੀਜ਼ ਨੂੰ ਪੂਰਾ ਕਰਨਾ ਜ਼ਰੂਰੀ ਸੀ। ਇਹਨਾਂ ਡਰਾਅ ਦੇ ਵਿੱਚ ਉਹਨਾਂ ਉਮੀਦਵਾਰਾਂ ਨੂੰ ਸੱਦੇ ਮਿਲੇ ਜਿਹੜੇ ਸਕਿੱਲਡ ਵਰਕਰ, ਇੰਟਰਨੈਸ਼ਨਲ ਗ੍ਰੈਜੂਏਟ ਤੇ ਐਂਟਰੀ ਲੈਵਲ ਐਂਡ ਸੈਮੀ ਸਕਿੱਲਡ ਸਬ ਕੈਟਾਗਰੀਜ਼ ਵਿੱਚੋਂ ਸਨ। ਉਮੀਦਵਾਰਾਂ ਕੋਲ 78 ਤੋਂ ਲੈ ਕੇ 130 ਸਕੋਰਸ ਹੋਣੇ ਜ਼ਰੂਰੀ ਰਹੇ। ਇਸ ਤੋਂ ਬਾਅਦ ਸੂਬੇ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਉਹਨਾਂ ਵੱਲੋਂ ਕਿੰਨੇ ਸੱਦੇ ਕਿੰਨਿਆਂ ਨੂੰ ਜਾਰੀ ਕੀਤੇ ਗਏ। 22 ਅਰਲੀ ਚਾਈਲਡਹੁੱਡ ਐਜੂਕੇਟਰਸ ਨੂੰ, ਜਿਸ ਵਾਸਤੇ ਸਕੋਰ 60 ਦੀ ਜ਼ਰੂਰਤ ਸੀ। 10 ਹੈਲਥ ਕੇਅਰ ਵਰਕਰਸ ਨੂੰ ਸਕੋਰ ਦੀ ਜ਼ਰੂਰਤ 70 ਰਹੀ। 5 ਦੇ ਕਰੀਬ ਹੈਲਥ ਕੇਅਰ ਅਸਿਸਟੈਂਟਸ ਨੂੰ ਇਨਵੀਟੇਸ਼ਨ ਮਿਲੇ, ਇਸ ਵਾਸਤੇ ਉਹਨਾਂ ਕੋਲ 60 ਸਕੋਰਸ ਹੋਣੇ ਜ਼ਰੂਰੀ ਸਨ। 5 ਐਨੀਮਲ ਹੈਲਥ ਟੈਕਨੋਲੋਜਿਸਟ ਨੂੰ, ਜਿਸ ਵਾਸਤੇ ਉਹਨਾਂ ਨੂੰ 60 ਸਕੋਰਸ ਦੀ ਜ਼ਰੂਰਤ ਸੀ। ਇਸ ਤੋਂ ਇਲਾਵਾ ਓਨਟਾਰੀਓ ਸੂਬੇ ਵੱਲੋਂ ਵੀ ਪੀਐਨਪੀ ਡਰਾਅ ਦਾ ਐਲਾਨ ਕੀਤਾ ਗਿਆ, ਜਿਸ ਦੀ ਡੀਟੇਲ ਜਨਤਕ ਕੀਤੀ ਗਈ ਹੈ। ਓਨਟਾਰੀਓ ਇਮੀਗ੍ਰੈਂਟ ਨੋਮੀਨੀ ਪ੍ਰੋਗਰਾਮ ਜ਼ਰੀਏ 700 ਤੋਂ ਵੱਧ ਉਮੀਦਵਾਰਾਂ ਨੂੰ ਇਨਵੀਟੇਸ਼ਨ ਦਿੱਤੇ ਗਏ। 755 ਉਹਨਾਂ ਉਮੀਦਵਾਰਾਂ ਨੂੰ ਇਨਵੀਟੇਸ਼ਨ ਜਾਰੀ ਕੀਤੇ ਗਏ ਜਿਹੜੇ ਓਨਟਾਰੀਓ ਐਕਸਪ੍ਰੈਸ ਐਂਟਰੀ ਸਕਿੱਲਡ ਟ੍ਰੇਡਸ ਸਟਰੀਮ ਵਾਸਤੇ ਐਲੀਜੀਬਲ ਪਾਏ ਗਏ। ਇਹਨਾਂ ਡਰਾਅ ਵਿੱਚ ਇਨਵੀਟੇਸ਼ਨ ਲੈਣ ਵਾਸਤੇ ਉਹਨਾਂ ਕੋਲ ਘੱਟੋ ਘੱਟ 310 ਕੰਪਰੀਹੈਂਸਿਵ ਰੈਂਕਿੰਗ ਸਿਸਟਮ ਸਕੋਰ ਹੋਣੇ ਜ਼ਰੂਰੀ ਸਨ। ਓਨਟਾਰੀਓ ਵੱਲੋਂ ਹੁਣ ਤੱਕ ਕਈ ਪੀਐਨਪੀ ਡਰਾਅ ਕੱਢੇ ਜਾ ਚੁੱਕੇ ਨੇ, ਜਿਸ ਵਿੱਚ ਕਈ ਉਮੀਦਵਾਰਾਂ ਨੂੰ ਸੱਦੇ ਦਿੱਤੇ ਜਾ ਚੁੱਕੇ ਨੇ। ਕੈਨੇਡਾ ਵਿੱਚ ਮਹਿੰਗਾਈ ਹੋਰ ਵੱਧ ਹੋਵੇਗੀ, ਇਸ ਬਾਰੇ ਬੈਂਕ ਆਫ ਕੈਨੇਡਾ ਦੇ ਚੀਫ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਵੱਲੋਂ ਮਹਿੰਗਾਈ ਨੂੰ ਲੈ ਕੇ ਭਵਿੱਖਬਾਣੀ ਕਰਦਿਆਂ ਦੱਸਿਆ ਕਿ ਪਿਛਲੇ ਕਈ ਸਾਲਾਂ ਦਾ ਰਿਕਾਰਡ ਟੁੱਟੇਗਾ। ਮਈ ਮਹੀਨੇ ਦਾ ਜਿਹੜਾ ਅੰਕੜਾ ਸਾਹਮਣੇ ਆਇਆ ਸੀ, ਉਸਨੇ ਵੀ ਕਈਆਂ ਨੂੰ ਹੈਰਾਨ ਕਰ ਦਿੱਤਾ ਸੀ। ਆਉਣ ਵਾਲੇ ਦਿਨਾਂ ਵਿੱਚ ਮਹਿੰਗਾਈ ਅੰਦਰ ਹੋਰ ਵੀ ਵਾਧਾ ਹੋਣ ਵਾਲਾ ਹੈ, ਜਿਸ ਬਾਰੇ ਬੈਂਕ ਆਫ ਕੈਨੇਡਾ ਦੇ ਚੀਫ ਨੇ ਡੀਟੇਲ ਸਾਂਝੀ ਕੀਤੀ। ਬੈਂਕ ਆਫ ਕੈਨੇਡਾ ਦੇ ਚੀਫ ਕਹਿੰਦੇ ਨੇ ਕਿ ਆਉਣ ਵਾਲੇ ਕੁਝ ਹਫ਼ਤਿਆਂ ਦੌਰਾਨ ਮਹਿੰਗਾਈ ਅੰਦਰ 8% ਦਾ ਵਾਧਾ ਦਰਜ ਕੀਤਾ ਜਾਵੇਗਾ। ਉਹਨਾਂ ਦਾ ਕਹਿਣਾ ਹੈ ਕਿ ਇਹ ਮਹਿੰਗਾਈ ਅਜੇ ਕੁਝ ਸਮਾਂ ਬਰਕਰਾਰ ਰਹਿਣ ਵਾਲੀ ਹੈ। ਦੱਸ ਦਈਏ ਕਿ ਬੈਂਕ ਆਫ ਕੈਨੇਡਾ ਵੱਲੋਂ ਪਿਛਲੇ ਦਿਨੀ ਹੀ ਆਪਣੇ ਇੰਟਰਸਟ ਰੇਟ ਵਿੱਚ ਇੱਕ ਵਾਰ ਫਿਰ ਤੋਂ ਵਾਧਾ ਕੀਤਾ ਗਿਆ, ਜਿਸ ਦਾ ਕਾਰਨ ਉਹਨਾਂ ਦੱਸਿਆ ਕਿ ਮਹਿੰਗਾਈ ਦੇ ਉੱਪਰ ਕਾਬੂ ਪਾਉਣ ਵਾਸਤੇ ਬੈਂਕ ਵੱਲੋਂ ਇੱਕ ਕਦਮ ਚੁੱਕਿਆ ਗਿਆ ਹੈ। ਕੈਨੇਡਾ ਅੰਦਰ ਮਹਿੰਗਾਈ ਦੇ ਕੀ ਹਾਲਾਤ ਹਨ, ਇਸ ਬਾਰੇ ਸਟੈਟਿਸਟਿਕਸ ਕੈਨੇਡਾ ਵੱਲੋਂ ਲਗਾਤਾਰ ਜਾਣਕਾਰੀ ਦਿੱਤੀ ਜਾ ਰਹੀ ਹੈ। ਉਹਨਾਂ ਵੱਲੋਂ ਜੋ ਮਈ ਮਹੀਨੇ ਬਾਰੇ ਅੰਕੜਾ ਪੇਸ਼ ਕੀਤਾ ਗਿਆ, ਉਸ ਵਿੱਚ ਪਤਾ ਚੱਲਿਆ ਕਿ ਕੈਨੇਡਾ ਅੰਦਰ ਇਨਫਲੇਸ਼ਨ ਜਾਣੀ ਕਿ ਮਹਿੰਗਾਈ 7.7% ਦਰਜ ਕੀਤੀ ਗਈ, ਜੋ ਕਿ ਪਿਛਲੇ ਕਈ ਸਾਲਾਂ ਦਾ ਰਿਕਾਰਡ ਤੋੜਦੀ ਹੈ। 1983 ਤੋਂ ਬਾਅਦ ਹੁਣ ਤੱਕ ਦਾ ਇਹ ਮਹਿੰਗਾਈ ਨਾਲ ਜੁੜਿਆ ਹੋਇਆ ਸਭ ਤੋਂ ਵੱਡਾ ਅੰਕੜਾ ਦਰਜ ਕੀਤਾ ਗਿਆ। ਉਮੀਦ ਕੀਤੀ ਜਾ ਰਹੀ ਹੈ ਕਿ ਜੂਨ ਵਿੱਚ ਇਹ ਮਹਿੰਗਾਈ 8.3% ਤੱਕ ਪਹੁੰਚ ਸਕਦੀ ਹੈ, ਜੋ ਕਿ ਪਿਛਲੇ ਕਈ ਸਾਲਾਂ ਦਾ ਰਿਕਾਰਡ ਤੋੜੇਗੀ। ਡਾਟਾ ਮੁਤਾਬਕ 1982 ਤੋਂ ਬਾਅਦ ਇਹ ਅੰਕੜਾ ਪਹਿਲੀ ਵਾਰ ਨਜ਼ਰ ਆਉਣ ਵਾਲਾ ਹੈ, ਜਿੱਥੇ ਮਹਿੰਗਾਈ ਕਾਫੀ ਜ਼ਿਆਦਾ ਦਰਜ ਕੀਤੀ ਜਾਵੇਗੀ। ਬੈਂਕ ਆਫ ਕੈਨੇਡਾ ਵੱਲੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ 2023 ਦੇ ਆਖਿਰ ਤੱਕ ਮਹਿੰਗਾਈ ਘੱਟ ਹੋਣੀ ਸ਼ੁਰੂ ਹੋਏਗੀ ਤੇ 2024 ਤੱਕ ਮਹਿੰਗਾਈ ਦੀ ਸਥਿਤੀ ਕਾਬੂ ਦੇ ਵਿੱਚ ਹੋਣ ਨੂੰ ਲੈ ਕੇ ਵੀ ਉਹਨਾਂ ਵੱਲੋਂ ਉਮੀਦ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਲਿਟਨ ਵਿੱਚ ਇੱਕ ਵਾਰ ਫਿਰ ਤੋਂ ਵਾਈਲਡ ਫਾਇਰ ਫੈਲਣ ਦੇ ਬਾਰੇ ਜਾਣਕਾਰੀ ਸਾਹਮਣੇ ਆ ਰਹੀ ਹੈ। ਹੁਣ ਤੱਕ ਕਈ ਘਰ ਇਸ ਕਾਰਨ ਪ੍ਰਭਾਵਿਤ ਹੋਏ ਨੇ। ਲਿਟਨ ਸ਼ਹਿਰ ਤੋਂ ਜੰਗਲ ਦੀ ਅੱਗ ਦੇ ਬਾਰੇ ਜੋ ਜਾਣਕਾਰੀ ਸਾਹਮਣੇ ਆਈ ਹੈ, ਤੁਹਾਡੇ ਨਾਲ ਡੀਟੇਲ ਇਸ ਖਬਰ ਵਿੱਚ ਸਾਂਝੀ ਕਰਾਂਗੇ। ਬ੍ਰਿਟਿਸ਼ ਕੋਲੰਬੀਆ ਦੇ ਲਿਟਨ ਵਿੱਚ ਇੱਕ ਵਾਰ ਫਿਰ ਤੋਂ ਜੰਗਲ ਦੀ ਅੱਗ ਲੱਗਣ ਦੀ ਬਾਰੇ ਜਾਣਕਾਰੀ ਸਾਹਮਣੇ ਆ ਰਹੀ ਹੈ।
ਇੱਥੇ ਹੁਣ ਤੱਕ ਕਿੰਨੇ ਏਕੜ ਵਿੱਚ ਅੱਗ ਫੈਲ ਚੁੱਕੀ ਹੈ ਤੇ ਕਿੰਨੀਆਂ ਚੀਜ਼ਾਂ ਪ੍ਰਭਾਵਿਤ ਹੋਈਆਂ, ਇਸ ਬਾਰੇ ਡਿਟੇਲ ਸਾਂਝੀ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਲਿਟਨ ਦੇ ਵਿੱਚ ਇਸ ਸਮੇਂ ਜੋ ਵਾਈਲਡ ਫਾਇਰ ਲੱਗੀ ਹੋਈ ਹੈ, ਇਸ ਕਾਰਨ 6 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਇਹ ਅੱਗ 1500 ਹੈਕਟੇਅਰ ਵਿੱਚ ਫੈਲੀ ਦੱਸੀ ਜਾ ਰਹੀ ਹੈ। ਯਾਦ ਰਹੇ ਕਿ ਪਿਛਲੇ ਸਾਲ ਵੀ ਜੰਗਲ ਦੀ ਅੱਗ ਕਾਰਨ ਬ੍ਰਿਟਿਸ਼ ਕੋਲੰਬੀਆ ਦਾ ਇਹ ਸ਼ਹਿਰ ਲਿਟਨ ਕਾਫੀ ਜ਼ਿਆਦਾ ਪ੍ਰਭਾਵਿਤ ਹੋਇਆ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਇੱਥੇ ਜੰਗਲ ਦੀ ਅੱਗ ਦੇ ਬਾਰੇ ਜਾਣਕਾਰੀ ਸਾਹਮਣੇ ਆ ਰਹੀ ਹੈ। ਲਿਟਨ ਦੇ ਫਰਸਟ ਨੇਸ਼ਨ ਡਿਪਟੀ ਚੀਫ ਜੌਨ ਹੌਗਨ ਵੱਲੋਂ ਵੀ ਇਸ ਬਾਰੇ ਡਿਟੇਲ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਦੱਸਿਆ ਕਿ ਹੁਣ ਤੱਕ ਕਈ ਚੀਜ਼ਾਂ ਵਾਈਲਡ ਫਾਇਰ ਕਾਰਨ ਨੁਕਸਾਨੀਆਂ ਗਈਆਂ ਨੇ। ਇੱਥੇ ਕੁਝ ਲੋਕ ਅਜਿਹੇ ਵੀ ਨੇ ਜਿਨ੍ਹਾਂ ਵੱਲੋਂ ਆਪਣਾ ਘਰ ਗਵਾ ਦਿੱਤਾ ਗਿਆ। ਦੱਸਿਆ ਜਾ ਰਿਹਾ ਕਿ ਇੱਥੇ ਕਈ ਫਾਇਰ ਫਾਈਟਰਸ ਲਗਾਤਾਰ ਆਪਣੇ ਕੰਮ ਵਿੱਚ ਜੁਟੇ ਹੋਏ ਨੇ ਤਾਂ ਕਿ ਅੱਗ ਦੇ ਉੱਪਰ ਜਲਦ ਕਾਬੂ ਪਾਇਆ ਜਾ ਸਕੇ। 6 ਹੈਲੀਕਾਪਟਰ, 3 에ਅਰ ਟੈਂਕ, ਬਰਡ ਡੌਗ ਪਲੇਨ ਵੱਲੋਂ ਵੀ ਇੱਥੇ ਕਾਰਵਾਈ ਕੀਤੀ ਜਾ ਰਹੀ ਹੈ। ਮੌਜੂਦਾ ਸਮੇਂ ਇੱਥੇ ਲਿਟਨ ਦੇ ਵਿੱਚ ਕੀ ਸਥਿਤੀ ਬਣੀ ਹੋਈ ਹੈ, ਇਸ ਬਾਰੇ ਕੀ ਡਿਟੇਲ ਦਿੱਤੀ ਗਈ ਹੈ, ਆਓ ਤੁਹਾਨੂੰ ਸੁਣਾਉਂਦੇ ਹਾਂ। And I know that this has been challenging on BC Wildfire Service crews, many who responded to last year's incident. I want to let you know that the province is here to support the Lytton First Nation and everyone affected by this fire. At this point, we can confirm that the Nahomin Creek wildfire, which started 1.7 kilometres outside of the Lytton First Nation, has grown significantly in the last 24 hours. We have received reports that structures have been lost yesterday and that there were additional structure losses today. However, there have been no reported injuries. Lytton First Nation and the Thompson-Nicola Regional District have implemented evacuation orders and evacuation alerts for properties in the area. At this moment, an incident management team from BC Wildfire Service are assuming control of the fire and are deploying resources as expediently and as appropriately with extensive resources on the ground and in the air already. The resources being deployed include 3 21-person unit crews and 3 initial attack crews are on site. We also have structure protection specialists there to support the fight. These crews are being supported by 6 helicopters, 3 air tankers, and a bird dog plane. In total, 80 personnel are on site, including other operational and support personnel. ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਆਪਣਾ ਘਰ ਬਦਲ ਰਹੇ ਹਨ। ਟੋਰਾਂਟੋ ਦੇ ਉਹਨਾਂ ਦੇ ਘਰ ਦੀ ਕੀਮਤ ਹੁਣ ਦੱਸੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਟੋਰਾਂਟੋ ਦੇ ਇਸ ਘਰ ਦੀ ਕੀਮਤ $3.2 ਮਿਲੀਅਨ ਹੈ। ਪ੍ਰੀਮੀਅਰ ਡਗ ਫੋਰਡ ਆਪਣਾ ਘਰ ਬਦਲ ਕੇ ਕਿਹੜੀ ਥਾਂ ਤੇ ਜਾ ਰਹੇ ਨੇ ਤੇ ਉਹਨਾਂ ਵੱਲੋਂ ਘਰ ਕਿਉਂ ਬਦਲਿਆ ਜਾ ਰਿਹਾ ਹੈ, ਇਸ ਦੀ ਜਾਣਕਾਰੀ ਉਹਨਾਂ ਨੇ ਖੁਦ ਸਾਂਝੀ ਕੀਤੀ। ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਆਪਣਾ ਘਰ ਬਦਲਣ ਜਾ ਰਹੇ ਹਨ। ਟੋਰਾਂਟੋ ਦੇ ਉਹਨਾਂ ਦੇ ਘਰ ਦੀ ਕੀਮਤ ਕਿੰਨੀ ਹੈ, ਇਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ। ਲਿਸਟਿੰਗ ਦੇ ਉੱਪਰ ਇਸ ਘਰ ਨੂੰ ਸ਼ਾਮਿਲ ਕੀਤਾ ਗਿਆ, ਜਿਸ ਦੀ ਕੀਮਤ $3.2 ਮਿਲੀਅਨ ਦੱਸੀ ਜਾ ਰਹੀ ਹੈ। ਦੱਸ ਦਈਏ ਕਿ ਡਗ ਫੋਰਡ ਵੱਲੋਂ ਯੋਜਨਾ ਬਣਾਈ ਗਈ ਹੈ ਕਿ ਉਹ ਆਪਣੀ ਮਾਂ ਦੇ ਘਰ ਵਿੱਚ ਹੁਣ ਤੋਂ ਰਹਿਣਗੇ, ਜੋ ਕਿ ਨੇੜੇ ਹੀ ਸਥਿਤ ਹੈ। ਜਾਣਕਾਰੀ ਮੁਤਾਬਕ ਡਗ ਫੋਰਡ ਦੀ ਮਾਂ ਦਾ ਜਨਵਰੀ 2020 ਦੌਰਾਨ ਦੇਹਾਂਤ ਹੋ ਗਿਆ ਤੇ ਹੁਣ ਡਗ ਫੋਰਡ ਉਹਨਾਂ ਦੇ ਘਰ ਵਿੱਚ ਮੂਵ ਹੋਣ ਜਾ ਰਹੇ ਨੇ। ਇੱਕ ਇੰਟਰਵਿਊ ਦੇ ਵਿੱਚ ਪ੍ਰੀਮੀਅਰ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਉਹ ਆਪਣਾ ਘਰ ਕਿਉਂ ਬਦਲ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਬੱਚੇ ਹੁਣ ਵੱਡੇ ਹੋ ਰਹੇ ਹਨ, ਫਿਰ ਉਹਨਾਂ ਦੇ ਵੀ ਅੱਗੇ ਪਰਿਵਾਰ ਵਿੱਚ ਵਾਧਾ ਹੋਣਾ ਹੈ। ਦੱਸ ਦਈਏ ਕਿ ਫੋਰਡ ਵੱਲੋਂ ਆਪਣੀ ਪ੍ਰੋਗਰੈਸਿਵ ਕੰਜ਼ਰਵੇਟਿਵ ਲੀਡਰਸ਼ਿਪ ਕੈਂਪੇਨ ਦੀ ਸ਼ੁਰੂਆਤ 2018 ਵਿੱਚ ਆਪਣੇ ਮਾਂ ਦੇ ਘਰ ਤੋਂ ਹੀ ਕੀਤੀ ਗਈ ਤੇ ਇੱਥੇ ਉਹ ਆਪਣੇ ਸਪੋਰਟਰਸ ਵਾਸਤੇ ਸਾਲਾਨਾ ਬਾਰਬੀਕਿਊ ਰੱਖਦੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਘਰ ਵਿੱਚ 6 ਬੈੱਡਰੂਮ ਤੇ 4 ਬਾਥਰੂਮ ਹਨ, 2 ਕਾਰ ਗੈਰਾਜ ਅਤੇ ਇਸ ਵਿੱਚ ਇੱਕ ਪੂਲ ਵੀ ਹੈ। ਇਸ ਘਰ ਵਿੱਚ ਸਿਕਿਉਰਿਟੀ ਸਿਸਟਮ ਵੀ ਲੱਗਿਆ ਹੋਇਆ ਹੈ। ਫੋਰਡ ਦੇ ਘਰ ਦੀ ਪ੍ਰਾਪਰਟੀ ਟੈਕਸਸ ਸਾਲਾਨਾ $11,627 ਦੱਸਿਆ ਜਾ ਰਿਹਾ ਹੈ। ਹੁਣ ਪ੍ਰੀਮੀਅਰ ਡਗ ਫੋਰਡ ਆਪਣਾ ਘਰ ਬਦਲਣ ਜਾ ਰਹੇ ਹਨ, ਜਿਸ ਬਾਰੇ ਤਾਜ਼ਾ ਡਿਟੇਲ ਸਾਹਮਣੇ ਆਈ ਹੈ। ਵਾਹਨ ਦੀ ਟੱਕਰ ਲੱਗਣ ਕਾਰਨ ਰਾਹਗੀਰ ਦੀ ਮੌਤ ਹੋ ਗਈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਵਾਹਨ ਦਾ ਡਰਾਈਵਰ ਘਟਨਾ ਵਾਲੀ ਥਾਂ ਦੇ ਉੱਪਰ ਹੀ ਮੌਜੂਦ ਸੀ ਤੇ ਉਸ ਵੱਲੋਂ ਜਾਂਚ ਵਿੱਚ ਸਹਿਯੋਗ ਦਿੱਤਾ ਗਿਆ, ਪਰ ਪੀੜਤ ਦੀ ਪਹਿਚਾਣ ਅਜੇ ਉਹਨਾਂ ਵੱਲੋਂ ਜਨਤਕ ਨਹੀਂ ਕੀਤੀ ਗਈ। ਪੋਰਟ ਕ੍ਰੈਡਿਟ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਵਾਹਨ ਦੀ ਟੱਕਰ ਲੱਗਣ ਕਾਰਨ ਇੱਕ ਰਾਹਗੀਰ ਦੀ ਜਾਨ ਚਲੀ ਗਈ। ਪੁਲਿਸ ਵੱਲੋਂ ਇਸ ਮਾਮਲੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਦੱਸਿਆ ਕਿ ਇਹ ਘਟਨਾ 2 ਵਜੇ ਦੇ ਕਰੀਬ ਐਲਮਵੁੱਡ ਐਵਨਿਊ ਦੇ ਨੇੜੇ ਵਾਪਰੀ, ਜਿੱਥੇ ਇੱਕ ਰਾਹਗੀਰ ਨੂੰ ਵਾਹਨ ਦੀ ਟੱਕਰ ਲੱਗ ਗਈ। ਟੱਕਰ ਲੱਗਣ ਕਾਰਨ ਇਸ ਰਾਹਗੀਰ ਦੀ ਮੌਤ ਹੋ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਵਾਹਨ ਨੂੰ ਚਲਾਉਣ ਵਾਲਾ ਡਰਾਈਵਰ ਘਟਨਾ ਵਾਲੀ ਥਾਂ ਦੇ ਉੱਪਰ ਹੀ ਮੌਜੂਦ ਸੀ ਤੇ ਉਸ ਵੱਲੋਂ ਜਾਂਚ ਵਿੱਚ ਪੂਰੀ ਤਰ੍ਹਾਂ ਸਹਿਯੋਗ ਦਿੱਤਾ ਗਿਆ।
ਜਿਹੜੀ ਥਾਂ ਤੇ ਇਹ ਹਾਦਸਾ ਵਾਪਰਿਆ ਉਸ ਨੂੰ ਕੁਝ ਸਮੇਂ ਵਾਸਤੇ ਬੰਦ ਰੱਖਿਆ ਗਿਆ ਕਿਉਂਕਿ ਪੁਲਿਸ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਸੀ। ਹੁਣ ਪੀਲ ਰੀਜਨਲ ਪੁਲਿਸ ਮੇਜਰ ਕੋਲੀਜਨ ਬਿਊਰੋ ਨੂੰ ਇਸ ਮਾਮਲੇ ਦੀ ਅਪਡੇਟ ਦੇ ਦਿੱਤੀ ਗਈ ਹੈ, ਜਿਸ ਤੋਂ ਬਾਅਦ ਉਹ ਇਸ ਦੀ ਇਨਵੈਸਟੀਗੇਸ਼ਨ ਕਰ ਰਹੇ ਨੇ। ਜਿਹੜੇ ਰਾਹਗੀਰ ਦੀ ਇਸ ਘਟਨਾ ਵਿੱਚ ਮੌਤ ਹੋਈ ਹੈ ਉਸ ਪੀੜਤ ਦੀ ਪਹਿਚਾਣ ਅਜੇ ਤੱਕ ਪੁਲਿਸ ਵਿਭਾਗ ਵੱਲੋਂ ਜਨਤਕ ਨਹੀਂ ਕੀਤੀ ਗਈ ਤੇ ਨਾ ਹੀ ਡਰਾਈਵਰ ਬਾਰੇ ਬਹੁਤੀ ਡਿਟੇਲ ਅਜੇ ਉਹਨਾਂ ਵੱਲੋਂ ਜਨਤਕ ਕੀਤੀ ਗਈ ਹੈ। ਮਾਮਲੇ ਦੀ ਇਨਵੈਸਟੀਗੇਸ਼ਨ ਜਾਰੀ ਹੈ, ਜਿਸ ਤੋਂ ਬਾਅਦ ਬਾਕੀ ਦੀ ਜਾਣਕਾਰੀ ਪੁਲਿਸ ਵੱਲੋਂ ਆਮ ਲੋਕਾਂ ਨਾਲ ਸਾਂਝੀ ਕੀਤੀ ਜਾਵੇਗੀ। ਹੁਣ ਤੱਕ ਦੀ ਅਪਡੇਟ ਵਿੱਚ ਇਹੀ ਗੱਲਾਂ ਦੱਸੀਆਂ ਗਈਆਂ ਨੇ। ਅਮਰੀਕਾ ਨੂੰ ਮੌਂਕੀਪੌਕਸ ਵਾਇਰਸ ਦੇ ਵੈਕਸੀਨ ਮਿਲਣ ਵਾਲੇ ਹਨ। ਇਸ ਦੀ ਜਾਣਕਾਰੀ ਸਾਹਮਣੇ ਆਈ। ਦੱਸਿਆ ਜਾ ਰਿਹਾ ਹੈ ਕਿ 1 ਲੱਖ ਦੇ ਕਰੀਬ ਵੈਕਸੀਨ ਜਿਹੜੇ ਨੇ ਅਗਲੇ ਕੁਝ ਹਫ਼ਤਿਆਂ ਦੌਰਾਨ ਭੇਜੇ ਜਾਣਗੇ। ਅਮਰੀਕਾ ਵਿੱਚ ਹੁਣ ਤੱਕ ਕਈ ਮੌਂਕੀਪੌਕਸ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। ਜ਼ਿਆਦਾਤਰ ਇਸ ਦਾ ਫੈਲਾਅ ਕੈਲੀਫੋਰਨੀਆ, ਇਲੀਨੋਇਸ ਤੇ ਨਿਊਯਾਰਕ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਮੌਂਕੀਪੌਕਸ ਵਾਇਰਸ ਦੀ ਸਥਿਤੀ ਨੂੰ ਦੇਖਦਿਆਂ ਹੁਣ ਵੈਕਸੀਨ ਦੇ ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ। ਹੈਲਥ ਆਫੀਸ਼ੀਅਲਸ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੌਰਾਨ ਯੂਐਸ ਵਿੱਚ ਹੋਰ ਵੀ ਮੌਂਕੀਪੌਕਸ ਵੈਕਸੀਨ ਭੇਜੀਆਂ ਜਾਣਗੀਆਂ। ਯੂਐਸ ਹੈਲਥ ਆਫੀਸ਼ੀਅਲਸ ਦਾ ਕਹਿਣਾ ਹੈ ਕਿ ਜਲਦ ਹੀ ਅਗਲੇ ਕੁਝ ਦਿਨਾਂ ਦੌਰਾਨ ਅਮਰੀਕਾ ਵਿੱਚ 1 ਲੱਖ ਮੌਂਕੀਪੌਕਸ ਵੈਕਸੀਨ ਡੋਜ਼ਸ ਭੇਜੀਆਂ ਜਾਣਗੀਆਂ ਤੇ ਅਗਲੇ ਆਉਣ ਵਾਲੇ ਮਹੀਨਿਆਂ ਦੌਰਾਨ ਇਸ ਅੰਦਰ ਹੋਰ ਵੀ ਵਾਧਾ ਕੀਤਾ ਜਾਵੇਗਾ। ਆਫੀਸ਼ੀਅਲਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਹੋ ਸਕਦਾ ਹੈ ਆਉਣ ਵਾਲੇ ਕੁਝ ਹਫ਼ਤਿਆਂ ਦੌਰਾਨ ਇਹਨਾਂ ਮਾਮਲਿਆਂ ਵਿੱਚ ਵਾਧਾ ਦਰਜ ਕੀਤਾ ਜਾਵੇ। ਇਸ ਦੀ ਆਊਟਬ੍ਰੇਕ ਦੇ ਉੱਪਰ ਕਾਬੂ ਕਰਨ ਸੰਬੰਧੀ ਹੁਣ ਵੈਕਸੀਨ ਵਾਲਾ ਕਦਮ ਚੁੱਕਿਆ ਜਾ ਰਿਹਾ ਹੈ। ਇੱਥੇ ਦੱਸਣਯੋਗ ਹੈ ਕਿ ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਇਸ ਵਾਇਰਸ ਦਾ ਫੈਲਾਅ ਹੁਣ ਤੱਕ ਕਈ ਦੇਸ਼ਾਂ ਵਿੱਚ ਹੋ ਚੁੱਕਿਆ ਹੈ, ਜਿੱਥੇ ਕਈ ਮਾਮਲਿਆਂ ਦੀ ਪੁਸ਼ਟੀ ਇਹਨਾਂ ਵੱਖ-ਵੱਖ ਦੇਸ਼ਾਂ ਦੇ ਵਿੱਚ ਹੋਣ ਦੀ ਜਾਣਕਾਰੀ ਦਿੱਤੀ ਗਈ। ਅਮਰੀਕਾ ਵਿੱਚ ਵੀ ਹੁਣ ਤੱਕ ਇਸ ਨਾਲ ਜੁੜੇ ਹੋਏ 1000 ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਜ਼ਿਆਦਾਤਰ ਕੇਸਿਸ ਕੈਲੀਫੋਰਨੀਆ, ਨਿਊਯਾਰਕ ਤੇ ਇਲੀਨੋਇਸ ਨਾਲ ਜੁੜੇ ਹੋਏ ਦੱਸੇ ਜਾ ਰਹੇ ਨੇ। ਕੈਨੇਡਾ ਵਿੱਚ ਇਸ ਸਮੇਂ ਇਸ ਦੀ ਕੀ ਸਥਿਤੀ ਹੈ ਉਸ ਬਾਰੇ ਵੀ ਲਗਾਤਾਰ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ। Well, I think my general take is that in general people need to be aware of monkeypox and how it spread. And I certainly, from the evidence and what we've seen today with the epidemiology, it really requires a certain type of close, intimate contact, physical contact from someone who is infected with monkeypox. With the lesions and maybe bodily fluids. And so, for the general public and even those who are maybe at increased risk, if people understand what kind of activities would put them at greater risk for exposure to the monkeypox, then that's certainly, I think, what people just need to be aware of. I wouldn't say that for quote the whole general population we need to be concerned to the same degree, let's say, compared to COVID-19, because certainly it's not as transmissible. It's certainly not spread in the same way as COVID-19. But people need to be aware of the mode of transmission. And what we're doing is looking at the epidemiology and working closely with our provincial and territorial counterparts to make sure that both from a sort of a vaccine perspective and making sure that the vaccine is available and offered to those at highest risk, but also working with the communities, because we recognize it's not the vaccines alone that's going to manage and deal with monkeypox. It's also making sure people understand there might be behavioral changes or certain activities that people should be aware of that would put them at greater risk. So certainly it's also an education aspect there as well, in addition to the vaccines. ਫੈਡਰਲ ਸਰਕਾਰ ਵੱਲੋਂ ਕਲਾਈਮੇਟ ਨਾਲ ਜੁੜਿਆ ਹੋਇਆ ਜਿਹੜਾ ਪ੍ਰੋਗਰਾਮ ਲਿਆਂਦਾ ਗਿਆ ਉਸ ਦੀ ਪਹਿਲੀ ਕਿਸ਼ਤ ਭੇਜ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਖੁਦ ਇਸ ਦੀ ਗੱਲ ਕਰਦੇ ਹੋਏ ਦਿਖਾਈ ਦਿੱਤੇ, ਜਿੱਥੇ ਉਹਨਾਂ ਨੇ ਦੱਸਿਆ ਕਿ ਇਹ ਕਿਸ਼ਤ ਕਿਹਨਾਂ ਨੂੰ ਪਹਿਲ ਦੇ ਆਧਾਰ ਦੇ ਉੱਪਰ ਭੇਜੀ ਗਈ ਹੈ। ਫੈਡਰਲ ਸਰਕਾਰ ਵੱਲੋਂ ਜੋ ਕਲਾਈਮੇਟ ਪੇਮੈਂਟ ਦੇ ਸੰਬੰਧ ਵਿੱਚ ਵਾਅਦਾ ਕੀਤਾ ਗਿਆ ਸੀ ਉਸ ਦੀ ਪਹਿਲੀ ਕਿਸ਼ਤ ਉਹਨਾਂ ਵੱਲੋਂ ਕੈਨੇਡੀਅਨਸ ਦੇ ਬੈਂਕ ਖਾਤਿਆਂ ਵਿੱਚ ਭੇਜ ਦਿੱਤੀ ਗਈ ਹੈ। ਅਲਬਰਟਾ, ਸਸਕੈਚੁਆਨ, ਮੈਨੀਟੋਬਾ ਅਤੇ ਓਨਟਾਰੀਓ ਦੇ ਰੈਜ਼ੀਡੈਂਟਸ ਨੂੰ ਹੁਣ ਇਹ ਪਹਿਲੀ ਪੇਮੈਂਟ ਮਿਲ ਰਹੀ ਹੈ। ਜੀ ਹਾਂ, ਫੈਡਰਲ ਸਰਕਾਰ ਵੱਲੋਂ ਕਲਾਈਮੇਟ ਐਕਸ਼ਨ ਇਨਸੈਂਟਿਵ ਪ੍ਰੋਗਰਾਮ ਲਿਆਂਦਾ ਗਿਆ, ਜਿਸ ਤਹਿਤ ਕੈਨੇਡੀਅਨਸ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਭੁਗਤਾਨ ਦੀ ਪਹਿਲੀ ਕਿਸ਼ਤ ਜਮ੍ਹਾਂ ਕਰਵਾ ਦਿੱਤੀ ਗਈ ਹੈ। ਪਰ ਇਹ ਸਿਰਫ ਅਲਬਰਟਾ, ਸਸਕੈਚੁਆਨ, ਮੈਨੀਟੋਬਾ ਤੇ ਓਨਟਾਰੀਓ ਸੂਬੇ ਨਾਲ ਜੁੜੇ ਹੋਏ ਰੈਜ਼ੀਡੈਂਟਸ ਨੂੰ ਭੇਜੀ ਗਈ ਹੈ। ਦੱਸ ਦਈਏ ਕਿ ਇਹ ਭੁਗਤਾਨ ਸਿਰਫ ਉਹਨਾਂ ਸੂਬਿਆਂ ਦੇ ਰੈਜ਼ੀਡੈਂਟਸ ਵਾਸਤੇ ਉਪਲਬਧ ਹੈ ਜਿਨ੍ਹਾਂ ਸੂਬਿਆਂ ਵਿੱਚ ਨਵੇਂ ਫੈਡਰਲ ਪ੍ਰਾਈਸਿੰਗ ਸਿਸਟਮ ਨਹੀਂ ਹਨ। ਬਾਕੀ ਸਾਰੇ ਸੂਬਿਆਂ ਅਤੇ ਪ੍ਰਦੇਸ਼ਾਂ ਵਿੱਚ ਕਾਰਬਨ ਟੈਕਸ ਤੋਂ ਇਕੱਠੀ ਹੋਣ ਵਾਲੀ ਰਾਸ਼ੀ ਰੈਜ਼ੀਡੈਂਟਸ ਦੇ ਖਾਤਿਆਂ ਦੀ ਬਜਾਏ ਸੂਬਾ ਸਰਕਾਰਾਂ ਕੋਲ ਵਾਪਸ ਜਾਂਦੀ ਹੈ। ਜੋ ਰਾਸ਼ੀ ਵੱਖ-ਵੱਖ ਸੂਬਿਆਂ ਵਿੱਚ ਮਿਲਣ ਵਾਲੀ ਹੈ ਉਸ ਦੀ ਜਾਣਕਾਰੀ ਕੁਝ ਇਸ ਪ੍ਰਕਾਰ ਹੈ। ਅਲਬਰਟਾ ਵਿੱਚ $1079, ਸਸਕੈਚੁਆਨ ਵਿੱਚ $1101, ਮੈਨੀਟੋਬਾ $832, ਓਨਟਾਰੀਓ ਵਿੱਚ $735। ਇਸ ਬਾਰੇ ਸਾਰੀ ਜਾਣਕਾਰੀ ਸਰਕਾਰੀ ਵੈਬਸਾਈਟ ਤੋਂ ਵੀ ਹਾਸਲ ਕੀਤੀ ਜਾ ਸਕਦੀ ਹੈ। ਸੋ ਹੁਣ ਤੁਹਾਨੂੰ ਦੱਸਦੇ ਹਾਂ ਕਿ ਇਸ ਯੋਜਨਾ ਨਾਲ ਕੈਨੇਡੀਅਨਸ ਨੂੰ ਕਿੰਨੀ ਲਾਗਤ ਆ ਰਹੀ ਹੈ। ਹਾਲਾਂਕਿ ਕਾਰਬਨ ਟੈਕਸ ਦੀ ਅਸਲ ਲਾਗਤ ਸੰਬੰਧਿਤ ਵਿਅਕਤੀ ਦੇ
ਫੋਸਿਲ ਫਿਊਲ ਦੀ ਵਰਤੋਂ ਤੇ ਨਿਰਭਰ ਕਰਦੀ ਹੈ, ਪਰ ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਫੈਡਰਲ ਕਾਰਬਨ ਪ੍ਰਦੂਸ਼ਣ ਪ੍ਰਾਈਸਿੰਗ ਪ੍ਰੋਸੈਸ ਕਾਰਨ ਜ਼ਿਆਦਾਤਰ ਪਰਿਵਾਰਾਂ ਨੂੰ ਉਹਨਾਂ ਦੇ ਖਰਚਿਆਂ ਨਾਲੋਂ ਵੱਧ ਰਾਸ਼ੀ ਹਾਸਲ ਹੋਵੇਗੀ। $50 ਪ੍ਰਤੀ ਟਨ ਦੀ ਨਿਕਾਸੀ ਦੀ ਨਵੀਂ ਦਰ ਨਾਲ ਮੌਜੂਦਾ ਕਾਰਬਨ ਟੈਕਸ ਦਰ ਤੇ ਗੈਸੋਲੀਨ ਅਤੇ 2.21 ਸੈਂਟਸ ਪ੍ਰਤੀ ਲੀਟਰ ਤੇ ਡੀਜ਼ਲ ਤੇ 2.68 ਸੈਂਟਸ ਪ੍ਰਤੀ ਲੀਟਰ ਦੀ ਵਾਧੂ ਲਾਗਤ ਆ ਰਹੀ ਹੈ। ਦੱਸਣਯੋਗ ਹੈ ਕਿ ਕੈਨੇਡਾ ਦੀ 2030 ਤੱਕ ਕਾਰਬਨ ਟੈਕਸ ਨੂੰ $170 ਪ੍ਰਤੀ ਟਨ ਤੱਕ ਵਧਾਉਣ ਦੀ ਯੋਜਨਾ ਹੈ। Today is the day. Right across the country in Ontario, Alberta, Saskatchewan and Manitoba, climate action incentive payments have landed in people's bank accounts. It's part of our commitment to make sure that even as we step up and fight climate change, we're supporting families. Indeed, 8 out of 10 families will be better off with the climate action incentive than the carbon price costs them in a given year. That's part of how we're moving forward to support people. Here in Ontario, I was just speaking with the Matten family who got a check for $372.50. That's going to make a real difference as prices go up, but as we continue to be there for people as we're fighting against climate change. And remember, in rural and small communities, there's a 10% top-up on that. We're going to continue to be there for people as we build a better future and protect our planet. ਚਾਕਲੇਟ ਖਾਣ ਵਾਲੇ ਸਾਵਧਾਨ, ਕਿਉਂਕਿ ਕਈ ਚਾਕਲੇਟ ਦੇ ਵਿੱਚ ਗੜਬੜੀ ਹੋਣ ਤੋਂ ਬਾਅਦ ਉਹਨਾਂ ਨੂੰ ਰੀਕਾਲ ਕੀਤਾ ਗਿਆ ਹੈ। ਕਿਹੜੀ ਚਾਕਲੇਟ ਰੀਕਾਲ ਕੀਤੀ ਜਾ ਰਹੀ ਹੈ, ਕਿਹੜੀ ਥਾਵਾਂ ਦੇ ਉੱਪਰ ਇਹਨਾਂ ਨੂੰ ਵੇਚਿਆ ਗਿਆ, ਇਸ ਬਾਰੇ ਹੁਣ ਸਾਰੀ ਜਾਣਕਾਰੀ ਸਾਹਮਣੇ ਆਈ ਹੈ। ਚਾਕਲੇਟਸ ਖਾਣ ਵਾਲੇ ਧਿਆਨ ਦੇਣ, ਕਿਉਂਕਿ ਕੁਝ ਚਾਕਲੇਟਸ ਰੀਕਾਲ ਕੀਤੀਆਂ ਗਈਆਂ ਨੇ। ਇਹਨਾਂ ਵਿੱਚ ਕੁਝ ਦਿੱਕਤ ਹੋਣ ਦੇ ਕਾਰਨ ਹੁਣ ਇਹਨਾਂ ਚਾਕਲੇਟਸ ਦੀ ਜਾਂਚ ਕੀਤੀ ਜਾਏਗੀ। ਦੱਸ ਦਈਏ ਕਿ ਕ੍ਰੇਵ ਸਟੀਵੀਆ ਚਾਕਲੇਟਸ ਕੈਨੇਡੀਅਨ ਮਾਰਕੀਟ ਦੇ ਵਿੱਚੋਂ ਰਿਕਾਲ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਦੱਸਿਆ ਗਿਆ ਹੈ ਕਿ ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਵੱਲੋਂ ਕੁਝ ਕ੍ਰੇਵ ਸਟੀਵੀਆ ਬ੍ਰਾਂਡ ਦੀਆਂ ਚਾਕਲੇਟਸ ਰਿਕਾਲ ਕੀਤੀਆਂ ਗਈਆਂ, ਕਿਉਂਕਿ ਇਹਨਾਂ ਵਿੱਚ ਉਹ ਦੁੱਧ ਐਡ ਕੀਤਾ ਗਿਆ ਹੈ ਜਿਸ ਦੀ ਡੀਟੇਲ ਲੇਬਲ ਦੇ ਉੱਪਰ ਸਾਂਝੀ ਨਹੀਂ ਕੀਤੀ ਗਈ। ਜਿਹੜੀਆਂ ਚਾਕਲੇਟਸ ਰਿਕਾਲ ਕੀਤੀਆਂ ਗਈਆਂ ਉਹਨਾਂ ਦੇ ਨਾਮ ਕੁਝ ਇਸ ਤਰ੍ਹਾਂ ਹਨ: Crave Stevia Almond All Natural Chocolate, Dark All Natural Chocolate, Mint All Natural Chocolate, Sea Salt All Natural Chocolate ਅਤੇ Sprinkles All Natural Chocolate। ਇਹਨਾਂ ਵਿੱਚ ਉਹ ਵੀ ਚਾਕਲੇਟਸ ਹਨ ਜੋ ਕਿ 80 ਤੋਂ 85 ਗ੍ਰਾਮ ਪੈਕੇजेस ਵਿੱਚ ਵੇਚੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ Crave Stevia ਚਾਕਲੇਟ ਚਿਪ, ਜਿਸ ਨੂੰ 200 ਗ੍ਰਾਮ ਦੀ ਪੈਕਿੰਗ ਵਿੱਚ ਵੇਚਿਆ ਜਾਂਦਾ ਹੈ, ਉਸ ਨੂੰ ਵੀ ਰਿਕਾਲ ਕੀਤਾ ਗਿਆ ਹੈ। ਇਹਨਾਂ ਚਾਕਲੇਟਸ ਨੂੰ ਬ੍ਰਿਟਿਸ਼ ਕੋਲੰਬੀਆ, ਐਲਬਰਟਾ, ਸਸਕੈਚੁਆਨ, ਮੈਨੀਟੋਬਾ, ਓਨਟਾਰੀਓ, ਕਿਊਬੈਕ, ਨਿਊ ਬਰਨਸਵਿਕ, ਨੋਵਾ ਸਕੋਸ਼ੀਆ ਵਿੱਚ ਵੇਚਿਆ ਜਾਂਦਾ ਹੈ। ਇਹਨਾਂ ਨੂੰ ਆਫਲਾਈਨ ਵੀ ਵੇਚਣ ਦੇ ਬਾਰੇ ਡੀਟੇਲ ਸਾਂਝੀ ਕੀਤੀ ਗਈ ਹੈ। ਦੱਸਣਯੋਗ ਹੈ ਕਿ ਇਹਨਾਂ ਚਾਕਲੇਟਸ ਦੇ ਖਾਣ ਨਾਲ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਹੋਈ, ਪਰ ਇਹਨਾਂ ਦੀ ਜਾਂਚ ਪੜਤਾਲ ਕੀਤੀ ਜਾਵੇਗੀ ਤਾਂ ਹੀ ਇਹਨਾਂ ਨੂੰ ਰਿਕਾਲ ਕੀਤਾ ਗਿਆ ਹੈ। ਅਮਰੀਕਾ ਦੇ ਇੱਕ ਹਿੱਸੇ ਤੋਂ ਅਜਿਹਾ ਮਾਮਲਾ ਸਾਹਮਣੇ ਹੈ ਜਿੱਥੇ ਤੂਫਾਨ ਕਾਰਨ 6 ਜਣਿਆਂ ਦੀ ਮੌਤ ਹੋ ਗਈ। ਇਸ ਵਿੱਚ 2 ਬੱਚੇ ਵੀ ਸ਼ਾਮਲ ਦੱਸੇ ਜਾ ਰਹੇ ਨੇ। ਦੱਸਿਆ ਗਿਆ ਹੈ ਕਿ ਇੱਥੇ ਜੋ ਡਸਟ ਤੂਫਾਨ ਆਇਆ ਉਸ ਕਾਰਨ 21 ਵਾਹਨ ਹਾਦਸੇ ਦਾ ਸ਼ਿਕਾਰ ਹੋ ਗਏ। ਤੂਫਾਨ ਕਾਰਨ 6 ਲੋਕਾਂ ਦੀ ਮੌਤ ਹੋ ਗਈ ਹੈ। ਅਥਾਰਟੀਜ਼ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਮੋਂਟਾਨਾ ਹਾਈਵੇ ਦੇ ਉੱਪਰ ਜਿਹੜਾ ਡਸਟ ਸਟਾਰਮ ਆਇਆ ਉਸ ਕਾਰਨ 6 ਜਣਿਆਂ ਨੇ ਆਪਣੀ ਜਾਨ ਗਵਾ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਜਿਹੜਾ ਹਾਦਸਾ ਵਾਪਰਿਆ ਉਸ ਵਿੱਚ 21 ਵਾਹਨ ਪ੍ਰਭਾਵਿਤ ਹੋਏ ਨੇ। ਅਥਾਰਟੀਜ਼ ਦਾ ਕਹਿਣਾ ਹੈ ਕਿ ਇੱਥੇ ਜਿਹੜਾ ਇੱਕ ਡਸਟ ਸਟਾਰਮ ਆਇਆ ਉਸ ਕਾਰਨ 21 ਵਾਹਨ ਹਾਦਸੇ ਦਾ ਸ਼ਿਕਾਰ ਹੋ ਗਏ। ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਦੇ ਬਾਰੇ ਬਹੁਤੀ ਜਾਣਕਾਰੀ ਤਾਂ ਨਹੀਂ ਦਿੱਤੀ ਗਈ ਤੇ ਨਾ ਹੀ ਉਹਨਾਂ ਵੱਲੋਂ ਦੱਸਿਆ ਗਿਆ ਕਿ ਇਸ ਹਾਦਸੇ ਵਿੱਚ ਕਿੰਨੇ ਜਾਣੇ ਜ਼ਖਮੀ ਹੋਏ ਨੇ। ਇਹ ਜ਼ਰੂਰ ਉਹਨਾਂ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਜਿਹੜੇ ਹਾਈਵੇ ਦੇ ਉੱਪਰ ਇਹ ਹਾਦਸਾ ਵਾਪਰਿਆ ਉੱਥੇ ਅਜੇ ਨਾ ਆਇਆ ਜਾਵੇ, ਕਿਉਂਕਿ ਆਉਣ ਵਾਲਿਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੱਸਿਆ ਗਿਆ ਹੈ ਕਿ ਇਹ ਮਾਮਲਾ 4:55 ਦੇ ਕਰੀਬ ਸਾਹਮਣੇ ਆਇਆ, ਜਿਸ ਦੀ ਜਾਣਕਾਰੀ ਮੋਂਟਾਨਾ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਵੱਲੋਂ ਸਾਂਝੀ ਕੀਤੀ ਗਈ। ਇਹ ਖਬਰ ਸਾਹਮਣੇ ਆਉਣ ਤੋਂ ਬਾਅਦ ਗਵਰਨਰ ਵੱਲੋਂ ਵੀ ਟਵੀਟ ਕਰਦਿਆਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਉਹਨਾਂ ਵੱਲੋਂ ਇਸ ਮਾਮਲੇ ਨਾਲ ਸੰਬੰਧਿਤ ਆਪਣੇ ਵਿਚਾਰ ਸਾਂਝੇ ਕੀਤੇ ਤੇ ਪੀੜਤਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ ਹੈ। ਹੁਣ ਪੁਲਿਸ ਇਸ ਮਾਮਲੇ ਦੇ ਸੰਬੰਧ ਵਿੱਚ ਵਧੇਰੇ ਜਾਂਚ ਪੜਤਾਲ ਕਰ ਰਹੀ ਹੈ। ਉਹਨਾਂ ਵੱਲੋਂ ਅਜੇ ਬਹੁਤੀ ਜਾਣਕਾਰੀ ਤਾਂ ਨਹੀਂ ਦਿੱਤੀ ਗਈ ਤੇ ਨਾ ਹੀ ਜਿਹੜੇ ਪੀੜਤ ਨੇ ਉਹਨਾਂ ਬਾਰੇ ਇਨਫੋਰਮੇਸ਼ਨ ਸਾਂਝੀ ਕੀਤੀ ਗਈ ਹੈ।
ਇਹਨਾਂ ਪੀੜਤਾਂ ਦੇ ਨਾਮ ਜਨਤਕ ਨਹੀਂ ਕੀਤੇ ਗਏ ਤੇ ਨਾ ਹੀ ਦੱਸਿਆ ਗਿਆ ਕਿ ਹੋਰ ਕਿੰਨੇ ਜਾਣੇ ਇਸ ਹਾਦਸੇ ਦੇ ਵਿੱਚ ਜਿਹੜਾ ਕਿ ਡਸਟ ਸਟਾਰਮ ਕਾਰਨ ਵਾਪਰਿਆ ਉਸ ਵਿੱਚ ਪ੍ਰਭਾਵਿਤ ਹੋਏ। ਇੱਕ ਬੱਚੇ ਤੋਂ ਆਪਣੇ ਭਰਾ ਤੇ ਗਲਤੀ ਨਾਲ ਗੋਲੀ ਚੱਲ ਗਈ ਜਿਸ ਕਾਰਨ ਉਸ ਦੀ ਮੌਤ ਹੋ ਗਈ। ਜਿਸ ਲੜਕੇ ਦੀ ਮੌਤ ਹੋਈ ਹੈ ਉਸ ਦੀ ਉਮਰ 8 ਸਾਲ ਦੇ ਕਰੀਬ ਦੱਸੀ ਗਈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਉਹਨਾਂ ਵੱਲੋਂ ਅਜੇ ਬਹੁਤੀ ਡਿਟੇਲ ਜਨਤਕ ਨਹੀਂ ਕੀਤੀ ਗਈ। ਅਮਰੀਕਾ ਦੇ ਅਰਕਾਨਸਾਸ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਬੱਚੇ ਵੱਲੋਂ ਆਪਣੇ ਭਰਾ ਤੇ ਗਲਤੀ ਨਾਲ ਗੋਲੀ ਚਲਾ ਦਿੱਤੀ ਗਈ। ਗੋਲੀ ਲੱਗਣ ਕਾਰਨ 8 ਸਾਲਾ ਲੜਕੇ ਦੀ ਮੌਤ ਹੋ ਗਈ। ਇਸ ਮਾਮਲੇ ਬਾਰੇ ਅਧਿਕਾਰੀਆਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਦੱਸਿਆ ਕਿ 5 ਸਾਲ ਦੇ ਬੱਚੇ ਵੱਲੋਂ ਗਲਤੀ ਨਾਲ ਆਪਣੇ 8 ਸਾਲ ਦੇ ਭਰਾ ਤੇ ਗੋਲੀ ਚਲਾ ਦਿੱਤੀ। ਆਫੀਸਰਸ ਵੱਲੋਂ ਇਸ ਮਾਮਲੇ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਹਨਾਂ ਨੂੰ ਇਸ ਬਾਰੇ 911 ਦੇ ਉੱਪਰ ਕਾਲ ਆਈ ਸੀ ਜਿੱਥੇ ਉਹਨਾਂ ਨੂੰ ਪਤਾ ਚੱਲਿਆ ਕਿ ਇੱਕ ਭਰਾ ਤੋਂ ਦੂਸਰੇ ਭਰਾ ਤੇ ਗਲਤੀ ਨਾਲ ਗੋਲੀ ਚੱਲ ਗਈ। ਮੌਕੇ ਵਾਲੀ ਥਾਂ ਤੇ ਹੀ 8 ਸਾਲ ਦੇ ਬੱਚੇ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਡਿਪਟੀਜ਼ ਵੱਲੋਂ ਇਸ ਮਾਮਲੇ ਬਾਰੇ ਜੋ ਜਾਣਕਾਰੀ ਦਿੱਤੀ ਗਈ ਉਸ ਵਿੱਚ ਉਹਨਾਂ ਨੇ ਹੁਣ ਤੱਕ ਦੀ ਡਿਟੇਲ ਸਾਂਝੀ ਕੀਤੀ ਹੈ। ਡਿਪਟੀਜ਼ ਦਾ ਕਹਿਣਾ ਹੈ ਕਿ ਜਦੋਂ ਘਟਨਾ ਵਾਲੀ ਥਾਂ ਦੇ ਉੱਪਰ ਪਹੁੰਚੇ ਤਾਂ ਉਹਨਾਂ ਦੇਖਿਆ ਕਿ ਘਰ ਵਿੱਚ 8 ਸਾਲ ਦਾ ਲੜਕਾ ਅਨਰਿਸਪੌਂਸਿਵ ਪਿਆ ਸੀ। ਇਸ ਨੂੰ ਮੌਕੇ ਵਾਲੀ ਥਾਂ ਦੇ ਉੱਪਰ ਹੀ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਇੱਥੇ ਜੋ ਗੋਲੀ ਚੱਲੀ ਉਹ ਇੱਕ ਹਾਦਸਾ ਸੀ ਜਿੱਥੇ ਭਰਾ ਕੋਲੋਂ ਗਲਤੀ ਨਾਲ ਆਪਣੇ ਭਰਾ ਤੇ ਗੋਲੀ ਚੱਲ ਗਈ। ਹੁਣ ਪੁਲਿਸ ਇਸ ਸਾਰੇ ਮਾਮਲੇ ਦੀ ਵਧੇਰੇ ਜਾਂਚ ਪੜਤਾਲ ਕਰ ਰਹੀ ਹੈ ਜਿਸ ਤੋਂ ਬਾਅਦ ਬਾਕੀ ਦੀ ਜਾਣਕਾਰੀ ਉਹਨਾਂ ਵੱਲੋਂ ਦਿੱਤੀ ਜਾਏਗੀ। ਹੁਣ ਤੱਕ ਦੀ ਅਪਡੇਟ ਵਿੱਚ ਉਹਨਾਂ ਵੱਲੋਂ ਪੀੜਤ ਦਾ ਨਾਮ ਜਨਤਕ ਨਹੀਂ ਕੀਤਾ ਗਿਆ, ਨਾ ਹੀ ਜਿਸ ਭਰਾ ਤੋਂ ਗਲਤੀ ਨਾਲ ਗੋਲੀ ਚੱਲੀ ਹੈ ਉਸ ਦੇ ਬਾਰੇ ਬਹੁਤੀ ਜਾਣਕਾਰੀ ਪੁਲਿਸ ਵੱਲੋਂ ਸਾਂਝੀ ਕੀਤੀ ਗਈ ਹੈ। ਮਾਮਲੇ ਦੀ ਇਨਵੈਸਟੀਗੇਸ਼ਨ ਜਾਰੀ ਹੈ ਜਿਸ ਤੋਂ ਬਾਅਦ ਬਾਕੀ ਦੀ ਡਿਟੇਲ ਸਾਂਝੀ ਕੀਤੀ ਜਾਵੇਗੀ। 7-11 ਸਟੋਰ ਦੇ ਉੱਪਰ ਜੋ ਵਾਰਦਾਤ ਦਾ ਮਾਮਲਾ ਸਾਹਮਣੇ ਆਇਆ ਸੀ ਉਸ ਸੰਬੰਧ ਵਿੱਚ ਪੁਲਿਸ ਨੇ ਕਾਰਵਾਈ ਕੀਤੀ ਹੈ। ਕਾਰਵਾਈ ਕਰਦਿਆਂ ਉਹਨਾਂ ਵੱਲੋਂ 2 ਜਾਣਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਦੱਸ ਦਈਏ ਕਿ ਜਿਹੜੀ ਵਾਰਦਾਤ ਦੀ ਗੱਲ ਪੁਲਿਸ ਵੱਲੋਂ ਕੀਤੀ ਗਈ ਉਸ ਵਿੱਚ 2 ਦੀ ਮੌਤ ਹੋ ਗਈ ਸੀ ਤੇ ਹੁਣ ਪੁਲਿਸ ਵੱਲੋਂ ਹਿਰਾਸਤ ਦੇ ਵਿੱਚ 2 ਜਾਣਿਆਂ ਨੂੰ ਲਿਆ ਗਿਆ ਜਿਨ੍ਹਾਂ ਦੀ ਪਹਿਚਾਣ ਜਨਤਕ ਕਰ ਦਿੱਤੀ ਗਈ ਹੈ। ਸਦਰਨ ਕੈਲੀਫੋਰਨੀਆ ਦੇ 7-11 ਸਟੋਰ ਦੇ ਉੱਪਰ ਚੋਰੀ ਅਤੇ ਗੋਲੀਬਾਰੀ ਦੇ ਮਾਮਲੇ ਦੇ ਸੰਬੰਧ ਵਿੱਚ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ। ਉਹਨਾਂ ਦਾ ਕਹਿਣਾ ਹੈ ਕਿ 2 ਜਾਣਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਜਿਹੜੇ ਕਿ ਗੋਲੀਬਾਰੀ ਅਤੇ ਚੋਰੀ ਦੀਆਂ ਘਟਨਾਵਾਂ ਨਾਲ ਜੁੜੇ ਹੋਏ ਹਨ। ਅਥਾਰਟੀਜ਼ ਵੱਲੋਂ ਦੱਸਿਆ ਗਿਆ ਕਿ 7-11 ਸਟੋਰ ਦੇ ਉੱਪਰ ਜੋ ਵਾਰਦਾਤ ਦਾ ਮਾਮਲਾ ਸਾਹਮਣੇ ਆਇਆ ਸੀ ਉਸ ਵਿੱਚ 2 ਦੀ ਮੌਤ ਹੋ ਗਈ ਤੇ 3 ਜਾਣੇ ਜ਼ਖਮੀ ਹੋਏ ਸਨ। ਜਿਹੜੇ 2 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੀ ਪਹਿਚਾਣ ਵੀ ਪੁਲਿਸ ਵੱਲੋਂ ਜਨਤਕ ਕੀਤੀ ਗਈ ਹੈ। ਇੱਕ ਦਾ ਨਾਮ ਮਲਿਕ ਜਿਸ ਦੀ ਉਮਰ 20 ਸਾਲ ਦੇ ਕਰੀਬ ਤੇ ਦੂਸਰੇ ਦਾ ਨਾਮ ਜੇਸਨ ਜਿਸ ਦੀ ਉਮਰ 44 ਸਾਲ ਦੇ ਕਰੀਬ ਦੱਸੀ ਗਈ। ਪੁਲਿਸ ਵੱਲੋਂ ਕਾਰਵਾਈ ਕਰਦਿਆਂ ਇਹਨਾਂ ਦੋਹਾਂ ਨੂੰ LA ਵਿੱਚ ਗ੍ਰਿਫਤਾਰ ਕੀਤਾ ਗਿਆ। ਪੁਲਿਸ ਵੱਲੋਂ ਇੱਕ ਵਾਰ ਫਿਰ ਤੋਂ ਜਾਣਕਾਰੀ ਦਿੱਤੀ ਗਈ ਹੈ ਕਿ ਜਿਹੜਾ ਇੱਥੇ ਹਾਦਸਾ ਵਾਪਰਿਆ ਸੀ ਉਸ ਵਿੱਚ 2 ਜਾਣਿਆਂ ਦੀ ਮੌਤ ਹੋ ਗਈ ਜਿਨ੍ਹਾਂ ਦੇ ਨਾਮ ਮੈਥਿਊ ਉਮਰ 40 ਸਾਲ ਤੇ ਮੈਥਿਊ ਰੂਲ ਜਿਸ ਦੀ ਉਮਰ 24 ਸਾਲ ਦੇ ਕਰੀਬ ਦੱਸੀ ਗਈ ਸੀ। ਪੁਲਿਸ ਦੇ ਹੱਥ ਇਸ ਘਟਨਾ ਨਾਲ ਜੁੜੀ ਹੋਈ ਇੱਕ ਵੀਡੀਓ ਲੱਗੀ ਸੀ ਜਿਸ ਦੀ ਉਹਨਾਂ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਹੀ ਹੁਣ ਉਹਨਾਂ ਵੱਲੋਂ ਕਾਰਵਾਈ ਕਰਦਿਆਂ 2 ਜਾਣਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਦੱਸਣਯੋਗ ਹੈ ਕਿ 7-11 ਸਟੋਰ ਦੇ ਉੱਪਰ ਇਹ ਜਿਹੜੀ ਘਟਨਾ ਸਾਹਮਣੇ ਆਈ ਸੀ ਉਸ ਤੋਂ ਬਾਅਦ ਪੁਲਿਸ ਵੱਲੋਂ ਇੱਕ ਵੱਡਾ ਇਨਾਮ ਵੀ ਰੱਖਿਆ ਗਿਆ ਸੀ ਕਿ ਜਿਹੜਾ ਸਸਪੈਕਟਸ ਬਾਰੇ ਜਾਣਕਾਰੀ ਦੇਵੇਗਾ ਉਹਨਾਂ ਨੂੰ ਇਨਾਮ ਦਿੱਤਾ ਜਾਵੇਗਾ। ਹੁਣ ਪੁਲਿਸ ਇਸ ਸੰਬੰਧ ਵਿੱਚ ਵਧੇਰੇ ਜਾਂਚ ਪੜਤਾਲ ਕਰ ਰਹੀ ਹੈ ਜਿਸ ਤੋਂ ਬਾਅਦ ਬਾਕੀ ਦੀ ਜਾਣਕਾਰੀ ਉਹਨਾਂ ਵੱਲੋਂ ਸਾਂਝੀ ਕੀਤੀ ਜਾਵੇਗੀ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਸੂਬਿਆਂ ਨੇ ਕੱਢੇ PNP ਡਰਾਅ, ਕਈਆਂ ਨੂੰ ਮਿਲੇ ਸੱਦੇ। ਕੈਨੇਡਾ ਵਿੱਚ ਹੋਰ ਵਧੇਗੀ ਮਹਿੰਗਾਈ, ਬੈਂਕ ਨੇ ਦਿੱਤੀ ਜਾਣਕਾਰੀ। ਲਿਟਨ ਵਿੱਚ ਫੈਲੀ ਜੰਗਲ ਦੀ ਅੱਗ, ਕਈ ਘਰਾਂ ਨੂੰ ਪਹੁੰਚਾ ਨੁਕਸਾਨ। ਘਰ ਬਦਲ ਰਹੇ ਨੇ ਡਗਫੋਰਡ, ਪੁਰਾਣੇ ਘਰ ਦੀ ਕੀਮਤ $3.2 ਮਿਲੀਅਨ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।